ਸਹਿਜ ਰੱਖੀ ਕਰਤਾਰੇ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ। ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ। ਸਾਧ ਸੰਗਤ ਮਿਲ ਕੀਨੋ ਦਾਨ। ਸਰਣ ਪਰੇ ਪ੍ਰਭ ਅੰਤਰ ਜਾਮੀ। ਨਾਨਕ ਓਟ ਪਕਰੀ ਪ੍ਰਭ ਸੁਆਮੀ। ਸੁਕਾਉ ਠਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਕਸਮਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਜਰੀ ਮਹੱਲਾ ਪੰਜਵਾਂ। ਅਹਾਂ ਬੁੱਧ ਭਉ ਸਗਨ ਮਾਇਆ। ਮਹਾ ਦੀਰਘ ਰੋਗ। ਹਰ ਨਾਮ ਔਖਦ ਗੁਰ ਨਾਮ ਦੀਨੋ। ਕਰਣ ਕਾਰਣ ਜੋਗ। ਮਨ ਤਨ ਬਾਛੀਏ ਜਨ ਧੂਰ। ਕੋਟ ਜਨਮ ਕੇ ਰਹਿ ਪਾਤਕ। ਗੋਬਿੰਦ ਲੋਚਾ ਪੂਰਾ। ਅਹੰ ਬੁੱਧ ਭਉ ਸਗਨ ਮਾਇਆ। ਮਹਾ ਦੀਰਘ ਰੋਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ ਪਤਿਤ ਪਾਵਨ ਸਤਿਗੁਰੂ ਕਿਰਪਾ ਨਿਧਾਨ ਗਰੀਬ ਨਵਾਜ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਸ਼ੋਭਿਤ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਸ਼ਬਦ ਸਰਵਣ ਕੀਤੇ। ਮਿਲਿਆ ਹੋਇਆ ਸਮਾਂ ਮਿਲੇ ਹੋਏ ਸਵਾਸ ਸਫਲੇ ਬਣਾਏ। ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨ ਅੰਦਰ ਸਰਵਣ ਕਰਦੇ ਹਾਂ, ਜੋ ਕਿ ਇਸ ਵੇਲੇ 502 ਅੰਗ ਦੇ ਉੱਪਰ ਚੱਲ ਰਹੀ ਹੈ। ਅੱਜ ਦਾ ਜਿਹੜਾ ਸ਼ਬਦ ਹੈ 502 ਅੰਗ ਦੇ ਉੱਪਰ ਮਹਾਰਾਜ ਜੀਆਂ ਨੇ ਅੰਕਿਤ ਕੀਤਾ ਹੈ। ਆਓ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਇਹਨਾਂ ਅਗੰਮੀ ਬਚਨਾਂ ਨੂੰ ਸਰਵਣ ਕਰੀਏ। ਮਿਲਿਆ ਸਮਾਂ ਤੇ ਸਵਾਸ ਸਫਲੇ ਬਣਾਈਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਜਰੀ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਗੁਰਬਾਣੀ ਨੂੰ ਰਚਨਹਾਰ
ਜਿਨ੍ਹਾਂ ਦੇ ਬਾਬਤ ਬਚਨ ਹਨ, ਦੋਹੇ ਥਾ ਬਾਣੀ ਕਾ ਬੋਏ ਥਾ। ਇਹ ਬਚਨ ਗੁਰੂ ਅਮਰਦਾਸ ਜੀਆਂ ਨੇ ਵਰ ਦੇ ਰੂਪ ਦੇ ਵਿੱਚ, ਬਖਸ਼ਿਸ਼ ਦੇ ਰੂਪ ਦੇ ਵਿੱਚ ਬਖਸ਼ੇ। ਐਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਵਿੱਤਰ ਸ਼ਬਦ ਨੂੰ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਉਪਦੇਸ਼ ਗੁਜਰੀ ਰਾਗ ਦੇ ਵਿੱਚ ਫਰਮਾਉਂਦੇ ਹਨ, ਅਹੰ ਬੁੱਧ ਬਹੁ ਸਗਨ ਮਾਇਆ, ਮਹਾਂ ਦੀਰਘ ਰੋਗ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਮਨੁੱਖ ਨੂੰ ਦੋ ਬੜੇ ਵੱਡੇ ਰੋਗ ਲੱਗੇ ਹੋਏ ਨੇ। ਦੋ ਰੋਗ ਇਹੋ ਜਿਹੇ ਨੇ ਜਿਹੜੇ ਰੋਗ ਇਹਦੇ ਅੱਗੇ ਤੋਂ ਅੱਗੇ ਵੱਧਦੇ ਜਾਂਦੇ ਨੇ, ਮੁੱਕਣ ਦਾ ਨਾਮ ਨਹੀਂ ਲੈਂਦੇ। ਸੰਸਾਰ ਦੇ ਵਿੱਚ ਵਿਚਰਦਿਆਂ ਕੋਈ ਨਿੱਕਾ ਜਿਹਾ ਰੋਗ ਲੱਗ ਜਾਵੇ ਸਰੀਰ ਨੂੰ, ਤੇ ਅਸੀਂ ਝਾਟੀ ਡਾਕਟਰ ਦੇ ਕੋਲ ਜਾਂ ਵੈਦ ਦੇ ਕੋਲ ਜਾਈਦਾ, ਇਲਾਜ ਲੱਭੀਦਾ ਵੀ ਬਿਮਾਰੀ ਅੱਗੇ ਭਿਆਨਕ ਨਾ ਬਣ ਜਾਵੇ। ਇਸ ਛੋਟੇ ਜਿਹੇ ਰੋਗ ਨੇ ਮੈਨੂੰ ਦੁਖੀ ਕਰ ਛੱਡਿਆ ਹੈ, ਤੇ ਸੁੱਖ ਨੂੰ ਲੈਣ ਵਾਸਤੇ ਡਾਕਟਰ ਦੀ ਭਾਲ ਕਰਦਾ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਦੋ ਬੜੇ ਵੱਡੇ ਰੋਗ ਇਸ ਨੂੰ ਲੱਗੇ ਹੋਏ ਨੇ, ਉਹਨਾਂ ਰੋਗਾਂ ਨੂੰ ਦੂਰ ਕਰਨ ਵਾਸਤੇ ਯਤਨ ਹੀ ਕੋਈ ਨਹੀਂ ਕੀਤਾ। ਕਿਹੜੇ ਰੋਗ ਨੇ? ਪਹਿਲਾ ਰੋਗ ਮਹਾਰਾਜ ਕਹਿੰਦੇ ਇਹ ਲੱਗਾ ਹੈ ਅਹੰ ਬੁੱਧ, ਹੰਕਾਰ ਵਾਲੀ ਮਤ, ਹੰਕਾਰ ਵਾਲੀ ਬੁੱਧੀ, ਕਿ ਮੇਰੇ ਵਰਗਾ ਸਿਆਣਾ ਕੋਈ ਨਹੀਂ ਹੈ। ਇਹ ਪਹਿਲਾ ਰੋਗ ਹੈ ਜਿਹੜਾ ਹਰੇਕ ਨੂੰ ਚਿੰਬੜਿਆ ਹੋਇਆ ਹੈ। ਕੋਈ ਬੰਦਾ ਇੱਕ ਕੰਮ ਕਰਦਾ ਪਿਆ, ਦੂਜਾ ਕੋਲ ਖਲੋਤਾ ਸਲਾਹ ਦਿੰਦਾ ਪਿਆ, ਇਸ ਤਰ੍ਹਾਂ ਠੀਕ ਨਹੀਂ, ਤੂੰ ਇਸ ਤਰ੍ਹਾਂ ਕਰ। ਭਾਵ ਇਹ ਹੈ ਵੀ ਮੈਨੂੰ ਜਿਹੜੀ ਹੈ ਉਹ ਜ਼ਿਆਦੀ ਸਿਆਣਪ ਹੈ, ਮੈਨੂੰ ਜ਼ਿਆਦਾ ਇਸ ਬਾਰੇ ਗਿਆਨ ਹੈ, ਮੈਂ ਤੇਰੇ ਨਾਲੋਂ ਠੀਕ ਕਰਾਂਗਾ ਜਾਂ ਕਰਵਾਵਾਂਗਾ। ਆਪਣੀ ਬੁੱਧੀ ਦੀ ਚਲਾਕੀ ਦੇ ਉੱਪਰ ਹਰੇਕ ਨੂੰ ਮਾਣ ਹੈ ਵੀ ਮੇਰੇ ਵਰਗਾ ਸਿਆਣਾ ਕੋਈ ਨਹੀਂ। ਅਹੰ ਬੁੱਧ, ਹੰਕਾਰ ਵਾਲੀ ਮਤ। ਪਾਤਸ਼ਾਹ ਕਹਿਣ ਲੱਗੇ ਵੱਡਾ ਰੋਗ ਲੱਗਾ ਹੈ, ਇਸ ਹੰਕਾਰ ਦੀ ਮਤ ਨੂੰ ਦੂਰ ਕਰਨ ਵਾਸਤੇ ਤੈਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ। ਤੇ ਹੰਕਾਰ ਦੀ ਮਤ ਦੂਰ ਕਰਨ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬੜੇ ਸੋਹਣੇ ਬਚਨ ਕਰਦੇ, ਭੁੱਲਾ ਜੀ, ਭਲਾ ਜੀ, ਭਾਣਾ ਜੀ, ਜੋ ਕੁਝ ਹੋ ਰਿਹਾ ਤੁਹਾਡੇ ਹੁਕਮ ਦੇ ਵਿੱਚ ਹੋ ਰਿਹਾ ਹੈ। ਪਰ ਕਿਤੇ ਵੀ ਇਹ ਨਹੀਂ ਜਨਾਇਆ ਵੀ ਅਸੀਂ ਬੜੇ ਸਿਆਣੇ ਆ ਜਾਂ ਬੜੀ ਸਾਨੂੰ ਚਲਾਕੀ ਆਉਂਦੀ ਹੈ, ਸਿਆਣਪ ਆਉਂਦੀ ਹੈ। ਨਹੀਂ, ਹਰ ਵੇਲੇ ਭੁੱਲਣਹਾਰ ਬਣ ਕੇ ਮੈਂ ਭੁੱਲ ਗਿਆ, ਮੇਰੇ ਕੋਲੋਂ ਗਲਤੀ ਹੋ ਗਈ ਹੈ। ਇਸ ਤਰ੍ਹਾਂ ਉਹ ਜਿਹੜੇ ਗੁਰਮੁਖ ਨੇ ਨਾ ਭਾਈ ਪਿਆਰਿਓ, ਆਪਣੀ ਬੁੱਧੀ ਦੇ ਹੰਕਾਰ ਨੂੰ ਦੂਰ ਕਰ ਦਿੰਦੇ, ਕਦੇ ਵੀ ਆਪਣੀ ਮਤ ਦਾ ਹੰਕਾਰ ਨਹੀਂ ਕਰਦੇ। ਮਹਾਰਾਜ ਕਹਿਣ ਲੱਗੇ ਆਪਸ ਕੋ ਜੋ ਜਾਣੇ ਨੀਚਾ, ਸੋਊ ਗਣੀਐ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਨੀਵਾਂ ਸਦਾਉਂਦਾ ਹੈ, ਨੀਵਾਂ ਸਦਾਉਣ ਤੋਂ ਭਾਵ ਹੈ ਜਿਹੜਾ ਆਪਣੇ ਆਪ ਨੂੰ ਨੀਵਾਂ ਵੇਖਦਾ ਹੈ ਵੀ ਮੈਂ ਵਾਕਿਆ ਹੀ ਔਗਣਾਂ ਦਾ ਭਰਿਆ ਹੋਇਆ, ਉਹ ਫਿਰ ਆਪਣਾ ਔਗਣ ਦੂਰ ਕਰਨ ਵਾਸਤੇ ਯਤਨ ਕਰੇਗਾ, ਤੇ ਫਿਰ ਹੌਲੀ ਹੌਲੀ ਔਗਣ ਦੂਰ ਕਰਕੇ ਸਭ ਤੋਂ ਉੱਚਾ ਸ੍ਰੇਸ਼ਟ ਬਣ ਜਾਏਗਾ। ਮਹਾਰਾਜ ਕਹਿਣ ਲੱਗੇ ਇਸ ਮਨੁੱਖ ਦੀ ਫਿਤਰਤ ਇਹੋ ਜਿਹੀ ਹੈ ਕਿ ਛੋਟੀ ਜੀ ਗੱਲ ਤੇ ਹੰਕਾਰੀ ਹੋ ਜਾਂਦਾ ਹੈ। ਜੇ ਕੋਈ ਚੰਗਾ ਕੰਮ ਹੋ ਗਿਆ ਤੇ ਮੈਂ ਕੀਤਾ ਹੈ, ਜੋ ਚੰਗਾ ਕੰਮ ਬਣ ਗਿਆ ਮੈਂ ਕਰਵਾਇਆ ਹੈ। ਜੇ ਕਿਸੇ ਨੂੰ ਕੁਝ ਪ੍ਰਾਪਤ ਹੋ ਗਿਆ ਤੇ ਮੈਂ ਕਰਵਾ ਕੇ ਦਿੱਤਾ ਹੈ। ਇਹ ਹੰਕਾਰ ਵਾਲੀ ਬੁੱਧੀ ਹੈ, ਅਹੰ ਬੁੱਧ, ਹੰਕਾਰ ਵਾਲੀ ਮਤ। ਪਾਤਸ਼ਾਹ ਕਹਿੰਦੇ ਵੱਡਾ ਰੋਗ ਲੱਗਾ ਹੈ। ਆਪਣੀ ਜ਼ਿੰਦਗੀ ਵਿੱਚ ਕਦੇ ਤਜਰਬਾ ਕਰਕੇ ਵੇਖੀ ਕਿ ਤੈਨੂੰ ਇਹ ਵੱਡਾ ਰੋਗ ਕਦੋਂ ਦਾ ਲੱਗਾ ਔਰ ਕਿਸ ਤਰ੍ਹਾਂ ਤੂੰ ਇਹਦੀ ਵਰਤੋਂ ਕਰਦਾ ਹੈ। ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਹੰਕਾਰ ਵਾਲੀ ਮਤ ਦਾ ਗ੍ਰਸਿਆ ਹੋਇਆ ਹਾਂ। ਤੇ ਦੂਜਾ ਰੋਗ ਮਹਾਰਾਜ ਕਹਿਣ ਲੱਗੇ ਸਗਨ ਮਾਇਆ। ਜਿਹੜੇ ਮਾਇਆ ਦੇ ਸੰਕਲਪ ਨੇ ਬੜੇ ਸੰਘਣੇ ਹੋਏ ਪਏ, ਬਹੁਤੇ ਲੱਗੇ ਪਏ। ਪਹਿਲਾਂ ਮਾਇਆ ਦਾ ਸੰਕਲਪ ਇਹ ਸੀ ਵੀ ਇੰਨੀ ਕੁ ਮਾਇਆ ਆ ਜਾਵੇ ਤੇ ਮੇਰਾ ਗੁਜ਼ਾਰਾ ਚੱਲੇਗਾ।
ਜਦੋਂ ਉਹ ਮਾਇਆ ਗੁਜ਼ਾਰੇ ਵਾਲੀ ਆ ਗਈ, ਸੰਕਲਪ ਵੱਧ ਗਿਆ, ਨਹੀਂ ਇਸ ਤੋਂ ਹੋਰ ਆ ਜਾਵੇ ਫਿਰ ਹੋਰ ਚੰਗਾ ਗੁਜ਼ਾਰਾ ਚੱਲੇਗਾ। ਉਹ ਵੀ ਸੰਕਲਪ ਪੂਰਾ ਹੋ ਗਿਆ, ਹੁਣ ਹੋਰ ਸੋਚਦਾ ਪਿਆ ਹੈ। ਪਾਤਸ਼ਾਹ ਕਹਿਣ ਲੱਗੇ ਦੂਜਾ ਰੋਗ ਹੈ ਮਾਇਆ ਦੇ ਸੰਕਲਪਾਂ ਦਾ, ਜਿਹੜੇ ਕਦੇ ਵੀ ਸੰਕਲਪ ਮੁੱਕਦੇ ਨਹੀਂ। ਬਾਦਸ਼ਾਹ ਸਿਕੰਦਰ ਦੀ ਜੀਵਨੀ ਵਿੱਚ ਬਚਨ ਆਪਾਂ ਪੜ੍ਹਦੇ ਹਾਂ ਨਾ, ਜਦੋਂ ਕਿਸੇ ਮਹਾਤਮਾ ਨੂੰ ਮਿਲਿਆ ਤੇ ਮਹਾਤਮਾ ਨੇ ਪੁੱਛਿਆ ਸਿਕੰਦਰ ਕਿੱਧਰ ਚੱਲਿਆ? ਕਹਿਣ ਲੱਗਾ ਮੈਂ ਹਿੰਦੁਸਤਾਨ ਨੂੰ ਜਿੱਤਣ ਵਾਸਤੇ ਚੱਲਿਆ। ਸਾਖੀ ਬੜੀ ਲੰਮੀ ਹੈ, ਆਪਾਂ ਕੇਵਲ ਇਸ ਨੂੰ ਸਮਝਣ ਵਾਸਤੇ ਲੈ ਰਹੇ ਹਾਂ। ਤੇ ਮਹਾਤਮਾ ਨੇ ਉਸ ਵੇਲੇ ਫਿਰ ਸਵਾਲ ਕੀਤਾ, ਕਹਿਣ ਲੱਗੇ ਫਿਰ ਕੀ ਕਰੇਗਾ ਜਦੋਂ ਹਿੰਦੁਸਤਾਨ ਨੂੰ ਜਿੱਤੇਗਾ? ਤੇ ਕਹਿਣ ਲੱਗਾ ਫਿਰ ਉਸ ਤੋਂ ਅੱਗੇ ਹੋਰ ਕਿਸੇ ਦੇਸ਼ ਨੂੰ ਜਿੱਤਣ ਵਾਸਤੇ ਤੁਰ ਪਵਾਂਗਾ। ਮੇਰਾ ਸੰਕਲਪ ਖਤਮ ਨਹੀਂ ਹੋਵੇਗਾ, ਮੇਰੀ ਇੱਛਾ ਖਤਮ ਨਹੀਂ ਹੋਵੇਗੀ। ਮੇਰੀ ਇੱਛਾ ਬਣੇਗੀ ਵੀ ਇੱਕ ਦੇਸ਼ ਜਿੱਤਿਆ, ਹੁਣ ਦੂਜਾ ਜਿੱਤ ਲਾਵਾਂ। ਦੇਸ਼ ਕਮਾਵਣ ਧਨ ਜੋੜਨ ਕੀ ਮਨਸਾ, ਵਿੱਚੇ ਨਿਕਲੇ ਸਾਸ। ਇਹ ਬਚਨ ਹੈ ਮਹਾਰਾਜ ਦਾ। ਵੱਧ ਤੋਂ ਵੱਧ ਦੇਸ਼ਾਂ ਵਿੱਚ ਜਾ ਕੇ ਕਮਾਈ ਕਰਾਂ, ਦੇਸ਼ਾਂ ਦਾ ਮਾਲਕ ਬਣਾ, ਵੱਧ ਤੋਂ ਵੱਧ ਧਨ ਜੋੜਨ ਦੀ ਮਨਸ਼ਾ ਕਰ ਲਈ, ਫੁਰਨਾ ਕਰ ਲਿਆ। ਦੇਸ਼ ਕਮਾਉਂਦਿਆਂ ਕਮਾਉਂਦਿਆਂ ਮਾਇਆ ਜੋੜਦਿਆਂ ਜੋੜਦਿਆਂ ਵਿੱਚ ਹੀ ਸਾਹ ਨਿਕਲ ਗਏ, ਮਰ ਗਏ। ਕੀਤਾ ਤੇ ਬੜਾ ਕੁਝ, ਪਰ ਉਹ ਨਾਲ ਕੋਈ ਨਹੀਂ ਨਿਭਿਆ। ਬਾਦਸ਼ਾਹ ਸਿਕੰਦਰ ਕਹਿਣ ਲੱਗਾ ਵੀ ਇੱਕ ਦੇਸ਼ ਨੂੰ ਜਿੱਤਾਂਗਾ ਫਿਰ ਦੂਜੇ ਨੂੰ ਤੁਰ ਪਵਾਂਗਾ। ਮਹਾਤਮਾ ਨੇ ਫਿਰ ਆਖਿਆ, ਕਹਿਣ ਲੱਗੇ ਦੂਜਾ ਦੇਸ਼ ਜਿੱਤ ਕੇ ਫਿਰ ਕੀ ਕਰੇਗਾ? ਫਿਰ ਮੈਂ ਤੀਜਾ ਦੇਸ਼ ਜਿੱਤਾਂਗਾ, ਚੌਥਾ ਦੇਸ਼ ਜਿੱਤਾਂਗਾ, ਪੰਜਵਾਂ ਦੇਸ਼ ਜਿੱਤਾਂਗਾ। ਭਾਵ ਇਹ ਵੀ ਸਾਰੀ ਦੁਨੀਆ ਜਿੱਤ ਕੇ ਹਟਾਂਗਾ। ਸਾਰੀ ਦੁਨੀਆ ਜਿੱਤ ਕੇ ਤੇ ਮਹਾਤਮਾ ਨੇ ਫਿਰ ਸਵਾਲ ਕੀਤਾ, ਜੇ ਪੂਰੀ ਦੁਨੀਆ ਜਿੱਤ ਲਵੇਂਗਾ ਤੇ ਫਿਰ ਕੀ ਕਰੇਗਾ? ਤੇ ਫਿਰ ਜਵਾਬ ਦਿੱਤਾ, ਕਹਿਣ ਲੱਗਾ ਫਿਰ ਆਰਾਮ ਨਾਲ ਬੈਠਾਂਗਾ, ਆਪਣੇ ਪ੍ਰਬੰਧ ਨੂੰ ਚਲਾਵਾਂਗਾ। ਤੇ ਮਹਾਤਮਾ ਹੱਸ ਪਏ, ਕਹਿਣ ਲੱਗੇ ਵੀ ਇੰਨਾ ਕੁਝ ਕਰਨ ਤੋਂ ਮਗਰੋਂ ਸੰਕਲਪ ਤੇ ਫਿਰ ਵੀ ਪੂਰੇ ਨਹੀਂ ਹੋਏ, ਫੁਰਨੇ ਤੇ ਫਿਰ ਵੀ ਪੂਰੇ ਨਹੀਂ ਹੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਗਨ ਮਾਇਆ, ਮਾਇਆ ਦੇ ਫੁਰਨੇ ਕਿਨਹੀ ਨਾ ਕੀਏ, ਮਾਇਆ ਕਾਜ ਪੂਰੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਬਚਨ ਹੈ, ਮਾਇਆ ਜਿੰਨੀ ਮਰਜ਼ੀ ਤੇਰੇ ਕੋਲ ਆ ਗਈ, ਪਰ ਅੱਜ ਤੱਕ ਜਦੋਂ ਤੋਂ ਦੁਨੀਆ ਬਣੀ ਹੈ ਮਾਇਆ ਨੇ ਕਿਸੇ ਦਾ ਕੋਈ ਕੰਮ ਪੂਰਾ ਨਹੀਂ ਕੀਤਾ। ਅਸੀਂ ਸੋਚਦੇ ਹਾਂ ਨਾ ਸਾਡੇ ਕੋਲ ਥੋੜ੍ਹੀ ਹੈ, ਬਹੁਤੀ ਹੁੰਦੀ ਤੇ ਅਸੀਂ ਇਹ ਕਰਦੇ, ਹੋਰ ਬਹੁਤੀ ਹੁੰਦੀ ਤੇ ਫਿਰ ਇਹ ਕਰਦੇ। ਪਰ ਜਿਨ੍ਹਾਂ ਦੇ ਕੋਲ ਬਹੁਤੀ ਪਈ ਹੈ ਕੰਮ ਤੇ ਉਹਨਾਂ ਦੇ ਵੀ ਪੂਰੇ ਨਹੀਂ ਹੋਏ, ਟਾਈਮ ਤੇ ਉਹਨਾਂ ਦੇ ਕੋਲ ਵੀ ਨਹੀਂ ਹੈ, ਗੱਲ ਕਰਨ ਦਾ ਸਮਾਂ ਉਹਨਾਂ ਦੇ ਕੋਲ ਨਹੀਂ ਹੈ, ਬੈਠਣ ਦਾ ਉਹਨਾਂ ਦੇ ਕੋਲ ਸਮਾਂ ਨਹੀਂ ਹੈ। ਤੇ ਮਹਾਰਾਜ ਨੇ ਆਖਿਆ, ਕਹਿਣ ਲੱਗੇ ਕਿਨਹੀ ਨਾ ਕੀਏ, ਮਾਇਆ ਕਾਜ ਪੂਰੇ। ਮਾਇਆ ਦੇ ਕਿਸੇ ਦੇ ਕੰਮ ਪੂਰੇ ਨਹੀਂ ਕੀਤੇ, ਬਹੁਤੀ ਵਾਲੇ ਵੀ ਭੱਜੇ ਫਿਰਦੇ ਨੇ। ਬਾਦਸ਼ਾਹ ਸਿਕੰਦਰ ਚਾਹੁੰਦਾ ਸੀ ਪੂਰੀ ਦੁਨੀਆ ਜਿੱਤ ਕੇ ਤੇ ਫਿਰ ਉਹਦੇ ਉੱਪਰ ਰਾਜ ਚਲਾਵਾਂ, ਪਰ ਕਹਿਣ ਲੱਗੇ ਜਦੋਂ ਮਰਿਆ ਤੇ ਆਪਣੇ ਘਰ ਆਪਣੇ ਦੇਸ਼ ਵਾਪਸ ਨਹੀਂ ਪਹੁੰਚ ਸਕਿਆ, ਰਸਤੇ ਵਿੱਚ ਹੀ ਮਰ ਗਿਆ। ਘਰ ਦੇ ਵਿੱਚ ਲਾਸ਼ ਹੀ ਗਈ ਹੈ, ਜਿਉਂਦਾ ਨਹੀਂ ਗਿਆ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਅਹੰ ਬੁੱਧ ਸਗਨ ਮਾਇਆ, ਮਾਇਆ ਦੇ ਸੰਕਲਪ ਹੀ ਇੰਨੇ ਕਰੀ ਬੈਠਾ ਹੈ, ਆਪ ਮੁੱਕ ਜਾਂਦਾ ਹੈ ਪਰ ਸੰਕਲਪ ਨਹੀਂ ਮੁੱਕਦੇ। ਜੇ ਸੰਕਲਪ ਨਹੀਂ ਮੁੱਕਦੇ ਤੇ ਤਾਂ ਇਹ ਜੂਨਾਂ ਵਿੱਚ ਆਉਂਦਾ, ਤਾਂ ਜਨਮਾਂ ਵਿੱਚ ਆਉਂਦਾ। ਸੰਕਲਪ ਕੀ ਹੈ? ਫੁਰਨੇ। ਤੇ ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਪਿਆਰਿਆ, ਬਚਨ ਇਹ ਹੈ ਤੇਰੇ ਸਮਝਣ ਵਾਸਤੇ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਮਰੈ, ਪ੍ਰੇਤ ਜੋਨ ਵੱਲ ਵੱਲ ਔਤਰੈ। ਮਰਨ ਲੱਗਾ ਹੈ, ਮੌਤ ਆ ਗਈ ਹੈ, ਜਮ ਸਰਾਣੇ ਖੜ ਗਏ, ਪਰ ਸੰਕਲਪ ਅਜੇ ਨਹੀਂ ਮੁੱਕਿਆ। ਸੰਕਲਪ ਕੀ ਸੀਗਾ? ਫੁਰਨਾ ਇਹ ਸੀ ਵੀ ਇਹ ਘਰ ਸੋਹਣਾ ਮੈਂ ਬਣਾਇਆ, ਬੜੀ ਮੁਸ਼ੱਕਤ ਕਰਕੇ, ਮਿਹਨਤ ਕਰਕੇ। ਹੁਣ ਜਮ ਆ ਗਿਆ ਲੈਣ ਵਾਸਤੇ, ਮੈਂ ਮਰ ਜਾਵਾਂਗਾ, ਇਹ ਮੈਨੂੰ ਘਰ ਇੰਨਾ ਮਿਹਨਤ ਨਾਲ ਬਣਾਇਆ ਛੱਡਣਾ ਪਵੇਗਾ। ਪ੍ਰੇਤ ਬਣ ਕੇ ਉੱਥੇ ਆ ਕੇ ਬੈਠਾ।
ਸਤਿਗੁਰੂ ਕਹਿਣ ਲੱਗੇ ਮਰਦਿਆਂ ਮਰਦਿਆਂ ਵੀ ਸੰਕਲਪ ਨਹੀਂ ਛੱਡਦਾ, ਫੁਰਨਾ ਨਹੀਂ ਛੱਡਦਾ, ਤੇ ਫੁਰਨੇ ਕਰਕੇ ਅੱਗੇ ਜਨਮ ਮਿਲ ਗਿਆ। ਘਰ ਨਹੀਂ ਛੱਡਣਾ, ਇਹ ਫੁਰਨਾ ਹੈ। ਪ੍ਰੇਤ ਬਣਿਆ, ਜਨਮ ਮਿਲ ਗਿਆ ਨਾ, ਅੱਗੇ ਜੂਨ ਵਿੱਚ ਪੈ ਗਿਆ। ਭੂਤਾਂ ਦੀਆਂ ਵੀ ਤੇ ਜੂਨਾਂ ਹੀ ਨੇ। ਪਾਤਸ਼ਾਹ ਕਹਿਣ ਲੱਗੇ ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੂਨ ਵੱਲ ਵੱਲ ਔਤਰੈ। ਮਰਨ ਲੱਗਿਆਂ ਪੁੱਤਰਾਂ ਦਾ ਚੇਤਾ ਆ ਗਿਆ, ਮੇਰੇ ਪੁੱਤਰਾਂ ਨੇ ਹਾਲੇ ਆਹ ਕੰਮ ਕਰਨਾ ਸੀ, ਮੈਂ ਵੇਖ ਲੈਂਦਾ। ਅਜੇ ਆਹ ਕੰਮ ਕਰਨਾ ਸੀ, ਮੈਂ ਵੇਖ ਲੈਂਦਾ। ਬੁੱਢਾ ਹੋ ਗਿਆ, ਪੋਤਰੇ ਜਵਾਨ ਹੋ ਗਏ ਨੇ, ਹਾਲੇ ਵੀ ਸੰਕਲਪ ਹੈ ਪੋਤਰੇ ਦਾ ਵਿਆਹ ਵੇਖ ਕੇ ਹੀ ਜਾਵਾਂ, ਪੋਤਰੀ ਦਾ ਵਿਆਹ ਵੇਖ ਕੇ ਜਾਵਾਂ। ਸਾਰੀ ਉਮਰ ਕੰਮ ਕਰਦਾ ਰਿਹਾ, ਸਾਰੀ ਉਮਰ ਫੁਰਨੇ ਪੂਰੇ ਕਰਦਾ ਰਿਹਾ, ਪਰ ਮਰਨ ਤੱਕ ਇਹ ਸੋਚੀ ਬੈਠਾ ਵੀ ਆਹ ਕੰਮ ਅਜੇ ਮੈਂ ਵੇਖਣਾ ਹੈ, ਇਹ ਕੰਮ ਹਾਲੇ ਮੈਂ ਕਰਾਉਣਾ ਹੈ। ਕਾਰਨ ਇਹ ਹੈ ਮੈਂ ਸਿਆਣਾ ਹਾਂ, ਮੈਂ ਤੇ ਕਰਵਾ ਦੇਵਾਂਗਾ ਕੋਲ ਖਲੋ ਕੇ, ਇਹਨਾਂ ਕੋਲੋਂ ਹੋਣਾ ਨਹੀਂ ਬਾਅਦ ਵਿੱਚ। ਇਹ ਸਿਆਣਪ ਹੈ, ਇਹ ਫੁਰਨਾ ਹੈ ਵੀ ਆਹ ਵੀ ਕੰਮ ਕਰਵਾ ਦੇ। ਜਮ ਸਰਾਣੇ ਖਲੋਤਾ ਹੋਇਆ ਹੈ, ਪੁੱਤਰ ਪੋਤਰੇ ਦਾ ਵਿਆਹ, ਪੁੱਤ ਪੋਤਰੀ ਦਾ ਵਿਆਹ ਵੇਖਣਾ ਚਾਹੁੰਦਾ ਹੈ, ਪਰ ਪੋਤਰਿਆਂ ਦੇ ਵਿਆਹ ਹਾਲੇ ਅੱਗੇ ਰਚਾਉਣੇ ਚਾਹੁੰਦਾ, ਹਾਲੇ ਜ਼ਿੰਮੇਵਾਰੀਆਂ ਨੂੰ ਅੱਗੇ ਹੋਰ ਵਧਾਉਣੇ ਚਾਹੁੰਦਾ, ਪਰ ਸਮਾਂ ਕੋਲ ਨਹੀਂ। ਮੌਤ ਆ ਗਈ। ਪੁੱਤਰਾਂ ਦੇ ਵਿਆਹ, ਪੋਤਰਿਆਂ ਦੇ ਵਿਆਹ ਹਾਲੇ ਸੋਚਦਾ ਹੀ ਪਿਆ ਸੀ, ਮਰ ਗਿਆ। ਤੇ ਕੀ ਬਣਿਆ? ਸੂਕਰ ਜੋਨ ਵੱਲ ਵੱਲ ਔਤਰੈ। ਸੂਕਰ ਨਾਮ ਸੂਰ ਦਾ, ਪਰਮੇਸ਼ਰ ਨੇ ਸੂਰ ਦੀ ਜੂਨ ਦਿੱਤੀ ਕਿ ਸੂਰ ਦੇ ਬੱਚੇ ਬਹੁਤੇ ਨੇ, ਬੱਚਿਆਂ ਵਿੱਚ ਧਿਆਨ ਰੱਖਣ ਵਾਲਿਆ ਜਾ ਫਿਰ ਜਾ ਕੇ ਅੱਗੇ ਬੱਚਿਆਂ ਨੂੰ ਹੀ ਜਨਮ ਦੇ। ਪੈ ਗਿਆ ਜਨਮਾਂ ਦਾ ਗੇੜਾ, ਕਿਉਂਕਿ ਫੁਰਨਾ ਪੂਰਾ ਹੋਇਆ ਹੀ ਨਹੀਂ, ਮਰਨ ਤੱਕ ਫੁਰਨਾ ਪੂਰਾ ਨਹੀਂ ਹੋਇਆ। ਇਹ ਸ਼ਬਦ ਵਿੱਚ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ, ਅੰਤ ਕਾਲ ਜੋ ਲక్ష్ਮੀ ਸਿਮਰੈ, ਸਰਪ ਜੋਨ ਵੱਲ ਵਾਲੇ ਉਤਰੈ। ਭਾਵ ਇਹ ਹੈ ਕਿ ਸਗਨ ਮਾਇਆ, ਮਾਇਆ ਦੇ ਫੁਰਨੇ ਇੰਨੇ ਨੇ, ਜਿਹਦੇ ਕੋਲ ਬਹੁਤੀ ਮਾਇਆ ਨਾ, ਫੁਰਨੇ ਉਹਦੇ ਵੀ ਪੂਰੇ ਨਹੀਂ ਹੋਏ। ਸਿਕੰਦਰ ਕੋਲ ਕਿੰਨੀ ਹੈ ਤੇ ਫੁਰਨੇ ਪੂਰੇ ਨਹੀਂ ਕਰ ਸਕਿਆ। ਬਾਦਸ਼ਾਹ ਔਰੰਗਜ਼ੇਬ ਵਰਗਿਆਂ ਕੋਲ ਕਿੰਨੇ ਨੇ, ਫੁਰਨੇ ਪੂਰੇ ਨਹੀਂ ਕਰ ਸਕਿਆ। ਫੁਰਨਾ ਇਹੋ ਜਿਹਾ ਬਣਿਆ, ਮਰਨ ਤੱਕ ਫੁਰਨਾ ਨਾਲ ਹੈ ਕਿ ਹਾਲੇ ਮੈਂ ਆਹ ਕੰਮ ਕਰਨਾ ਸੀ ਪਰ ਹੋਇਆ ਨਹੀਂ, ਹਾਲੇ ਮੈਂ ਇੱਥੇ ਰਹਿਣਾ ਸੀ ਇਸ ਘਰ ਦੇ ਵਿੱਚ, ਮੇਰਾ ਮਨ ਰੱਜਿਆ ਨਹੀਂ ਪਰ ਛੱਡ ਕੇ ਚੱਲਿਆ। ਪ੍ਰੇਤ ਬਣ ਕੇ ਬੈਠਾ ਹੈ, ਸੋਚਦਾ ਪਿਆ ਮਨ ਦੇ ਵਿੱਚ ਵੀ ਪੁੱਤ ਪੋਤਰਿਆਂ ਦੇ ਕੰਮ ਪੂਰੇ ਨਹੀਂ ਹੋਏ, ਮੈਂ ਕਰਵਾ ਦਿੰਦਾ। ਸੂਰ ਬਣ ਕੇ ਬੈਠਾ ਹੈ। ਪਾਤਸ਼ਾਹ ਜੀ ਕਹਿਣ ਲੱਗੇ ਅਹੰ ਬੁੱਧ ਸਗਨ ਮਾਇਆ ਮਹਾ ਦੀਰਘ ਰੋਗ। ਭਾਈ ਪਿਆਰਿਆ, ਇਹ ਰੋਗ ਦੀਰਘ ਤੋਂ ਭਾਵ ਬੜਾ ਹੀ ਵੱਡਾ ਹੈ। ਦੁਨੀਆ ਵਿੱਚ ਨਿੱਕਾ ਜਿਹਾ ਰੋਗ ਲੱਗ ਜਾਵੇ, ਮਾੜਾ ਜਿਹਾ ਕਿਤੇ ਬੁਖਾਰ ਚੜ੍ਹ ਜਾਵੇ ਤੇ ਅਸੀਂ ਡਾਕਟਰ ਕੋਲ ਦੌੜ ਕੇ ਜਾਂਦੇ ਹਾਂ ਵੀ ਛੇਤੀ ਨਾਲ ਵਿਖਾਈਏ। ਮਾੜਾ ਜਿਹਾ ਖੰਘ ਜ਼ੁਕਾਮ ਲੱਗ ਜਾਵੇ ਤੇ ਦੌੜ ਕੇ ਜਾਈਦਾ, ਪਰ ਜਿਹੜੇ ਏਡੇ ਵੱਡੇ ਦੋ ਰੋਗ ਲੱਗੇ ਹੋਏ ਨੇ, ਇਹਨਾਂ ਵਾਸਤੇ ਤੇ ਯਤਨ ਹੀ ਕੋਈ ਨਹੀਂ ਕੀਤਾ। ਹੰਕਾਰ ਵਾਲੀ ਬੁੱਧੀ ਕਿਵੇਂ ਦੂਰ ਹੋਵੇਗੀ? ਨਹੀਂ ਯਤਨ ਕੀਤਾ। ਇਹ ਫੁਰਨੇ ਕਿਵੇਂ ਪੂਰੇ ਹੋਣਗੇ ਜਾਂ ਫੁਰਨਿਆਂ ਤੋਂ ਖਹਿੜਾ ਕਿਵੇਂ ਛੁੱਟੇਗਾ? ਯਤਨ ਹੀ ਨਹੀਂ ਕੀਤਾ। ਇਹ ਦੋ ਭਿਆਨਕ ਬਿਮਾਰੀਆਂ ਨੂੰ ਨਾਲ ਲੈ ਕੇ ਬੈਠਾ ਹੋਇਆ। ਤੇ ਇਹ ਬਿਮਾਰੀਆਂ ਇਹੋ ਜੀਆਂ ਨੇ ਜਿਹੜੀਆਂ ਤੈਨੂੰ ਅੱਗੇ ਜਨਮਾਂ ਵਿੱਚ ਲੈ ਕੇ ਜਾਣਗੀਆਂ, ਪਰ ਤੇਰਾ ਖਹਿੜਾ ਨਹੀਂ ਛੱਡਣਗੀਆਂ। ਜਨਮ ਮਿਲ ਜਾਣਗੇ ਪਰ ਮੁਕਤੀ ਨਹੀਂ ਮਿਲੇਗੀ। ਕਾਰਨ ਇਹ ਆ ਵੀ ਫੁਰਨੇ ਹਾਲੇ ਬਾਕੀ ਨੇ। ਮਹਾ ਦੀਰਘ ਰੋਗ, ਇਹ ਬੜਾ ਵੱਡਾ ਰੋਗ ਬੰਦੇ ਨੂੰ ਲੱਗਾ ਹੋਇਆ। ਏਡੇ ਵੱਡੇ ਰੋਗ ਦੀ ਦਵਾਈ ਵੀ ਫਿਰ ਡਾਕਟਰ ਵੱਡੇ ਦੇ ਕੋਲ ਚਾਹੀਦੀ ਹੈ। ਨਿੱਕੇ ਮੋਟੇ ਰੋਗ ਦੀ ਦਵਾਈ ਤੇ ਗਲੀ ਵਿੱਚ ਬੈਠਾ ਡਾਕਟਰ ਵੀ ਦੇ ਸਕਦਾ, ਘਰ ਵਿੱਚ ਬੈਠਾ ਹੋਇਆ ਬਜ਼ੁਰਗ ਵੀ ਕੋਈ ਨੁਕਤਾ ਦੱਸ ਸਕਦਾ ਵੀ ਆਹ ਦੇਸੀ ਜੜੀ ਬੂਟੀ ਕਰ ਲੈ ਤੇ ਤੇਰਾ ਨਿੱਕਾ ਮੋਟਾ ਬੁਖਾਰ ਦੂਰ ਹੋ ਜਾਏਗਾ। ਪਰ ਜਦੋਂ ਬਿਮਾਰੀ ਭਿਆਨਕ ਤੇ ਵੱਡੀ ਹੋ ਜਾਂਦੀ ਹੈ, ਉਹਦੇ ਵਾਸਤੇ ਡਾਕਟਰ ਵੀ ਵੱਡਾ ਚਾਹੀਦਾ, ਜਿਹਨੇ ਕੋਈ ਡਿਗਰੀ ਪਾਸ ਕੀਤੀ ਹੈ। ਉਹਦੇ ਵਾਸਤੇ ਵੈਦ ਵੀ ਵੱਡਾ ਚਾਹੀਦਾ ਹੈ।
ਜਿਨੇ ਬਹੁਤ ਜ਼ਿਆਦਾ ਤਜਰਬਾ ਕਮਾਇਆ ਹੋਇਆ, ਵੱਡੇ ਰੋਗ ਦਾ ਇਲਾਜ ਵੀ ਵੱਡਾ ਹੀ ਕਰ ਸਕਦਾ ਹੈ। ਮਹਾਰਾਜ ਕਹਿਣ ਲੱਗੇ, ਭਾਈ ਮਹਾਂ ਦੀਰਘ ਰੋਗ, ਜੇ ਬਿਮਾਰੀਆਂ ਵੱਡੀਆਂ ਲੱਗੀਆਂ ਨੇ ਤੇ ਇਸ ਵੱਡੀਆਂ ਬਿਮਾਰੀਆਂ ਦਾ ਇਲਾਜ ਵੀ ਵੱਡੇ ਦੇ ਕੋਲ ਹੀ ਹੈ। ਵੱਡਾ ਕੌਣ ਹੈ? ਉਹ ਮਹਾਰਾਜ ਫਰਮਾਉਂਦੇ ਹਨ, ਹਰ ਨਾਮ ਔਖਦ ਗੁਰ ਨਾਮ ਦੀਨੋ ਕਰਨ ਕਾਰਨ ਜੋਗ। ਜਿਹੜਾ ਗੁਰੂ ਹੈ ਨਾ ਭਾਈ, ਉਹ ਵੱਡਾ ਹੈ। ਗੁਰੂ ਇਹੋ ਜਿਹਾ ਵੀ ਉਹਦੇ ਵਰਗਾ ਵੱਡਾ ਕੋਈ ਨਹੀਂ। ਸਭ ਤੇ ਵੱਡਾ ਸਤਿਗੁਰ ਨਾਨਕ। ਇਹ ਗੁਰਬਾਣੀ ਦਾ ਫੈਸਲਾ ਹੈ ਵੀ ਗੁਰੂ ਸਭ ਤੋਂ ਵੱਡਾ ਹੈ। ਤੇ ਜਦੋਂ ਗੁਰੂ ਵੱਡਾ ਹੈ ਤੇ ਵੱਡੇ ਗੁਰੂ ਦੇ ਕੋਲ ਇਲਾਜ ਵੀ ਵੱਡਾ ਹੈ। ਵੱਡੇ ਡਾਕਟਰ ਦੇ ਕੋਲ ਹਸਪਤਾਲ ਵੱਡਾ, ਔਜ਼ਾਰ ਉਹਦੇ ਕੋਲ ਵੱਡੇ ਨੇ, ਮਸ਼ੀਨਾਂ ਉਹਦੇ ਕੋਲ ਵੱਡੀਆਂ ਨੇ। ਕਾਹਦੇ ਵਾਸਤੇ? ਇਲਾਜ ਵੱਡਾ ਕਰਨਾ ਹੈ। ਪਰ ਜੇ ਗੁਰੂ ਵੱਡਾ ਹੈ ਤੇ ਗੁਰੂ ਦੇ ਕੋਲ ਵੀ ਹਥਿਆਰ ਵੱਡੇ ਨੇ ਵੱਡੀ ਬਿਮਾਰੀ ਨੂੰ ਕੱਟਣ ਵਾਲੇ। ਮਹਾਰਾਜ ਕਹਿੰਦੇ, ਹਰ ਨਾਮ ਔਖਦ ਗੁਰ ਦੀਆ। ਨਾਮ ਦੀ ਦਵਾਈ ਹੈ ਗੁਰੂ ਦੇ ਕੋਲ। ਨਾਮ ਹੀ ਸਾਰਿਆਂ ਤੋਂ ਵੱਡਾ ਇਲਾਜ ਹੈ, ਕਿਉਂਕਿ ਗੁਰੂ ਹੈ ਕਰਨ ਕਾਰਨ ਜੋਗ। ਜਿਹੜਾ ਕੰਮ ਨਹੀਂ ਹੋ ਸਕਦਾ ਉਸ ਕੰਮ ਨੂੰ ਗੁਰੂ ਕਰ ਸਕਦਾ ਹੈ। ਜਿਸ ਕੰਮ ਨੂੰ ਦੁਨੀਆ ਨੇ ਆਖਿਆ ਇਹ ਨਹੀਂ ਹੋ ਸਕਦਾ, ਉਹ ਕੰਮ ਗੁਰੂ ਕਰ ਸਕਦਾ, ਕਿਉਂਕਿ ਗੁਰੂ ਸਮਰੱਥ ਹੀ ਇੰਨਾ ਵੀ ਉਹਦੇ ਕੋਲ ਸਾਰੀਆਂ ਚੀਜ਼ਾਂ ਦਾ ਇਲਾਜ ਹੈ। ਤੇ ਆਪਾਂ ਇਤਿਹਾਸ ਦੇ ਵਿੱਚ ਕਿੰਨੇ ਬਚਨ ਪੜ੍ਹਦੇ ਹਾਂ। ਇਹ ਕਾਹਦੇ ਵਾਸਤੇ ਨੇ? ਇਹ ਗੱਲ ਦੱਸਣ ਵਾਸਤੇ ਵੀ ਗੁਰੂ ਸਮਰੱਥ ਕਿੱਡਾ ਹੈ। ਬੀਬੀ ਸੁਲੱਖਣੀ ਆਈ ਹੈ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ, ਤੇ ਪਾਤਸ਼ਾਹ ਨੇ ਆਖਿਆ ਪੁੱਤਰ ਹੈ ਹੀ ਨਹੀਂ ਕਰਮਾਂ ਵਿੱਚ। ਤੇ ਫਿਰ ਬੇਨਤੀ ਕੀਤੀ, ਮਹਾਰਾਜ ਕਰਮ ਵੀ ਤੇ ਤੁਸੀਂ ਲਿਖਣਾ ਨਾ। ਵੀ ਗੁਰੂ ਐਡਾ ਸਮਰੱਥ ਹੈ, ਜਿਹੜੀ ਕਰਮਾਂ 'ਚ ਦਾਤ ਨਹੀਂ ਉਹ ਵੀ ਲਿਖ ਦਿੰਦਾ ਹੈ। ਇਹ ਸਾਖੀ ਆਪਾਂ ਸਰਵਣ ਕਰਦੇ ਹਾਂ, ਇਹਦੇ ਨਾਲ ਦੀਆਂ ਕਈ ਸਾਖੀਆਂ ਆਪਾਂ ਸਰਵਣ ਕਰਦੇ ਵੀ ਗੁਰੂ ਇੰਨਾ ਸਮਰੱਥ ਹੈ, ਕਾਰਨ ਕਰਨ ਯੋਗ। ਜਿਹੜਾ ਕੰਮ ਨਹੀਂ ਹੋਣ ਵਾਲਾ ਗੁਰੂ ਉਹਨੂੰ ਵੀ ਕਰ ਸਕਦਾ, ਐਡਾ ਗੁਰੂ ਸਮਰੱਥ ਹੈ। ਤੇ ਵੱਡੇ ਡਾਕਟਰ ਦੇ ਕੋਲ ਇਲਾਜ ਵੱਡਾ, ਗੁਰੂ ਦੇ ਕੋਲ ਵੀ ਇਲਾਜ ਵੱਡਾ। ਜਿਹੜਾ ਕੰਮ ਨਹੀਂ ਹੋ ਸਕਦਾ ਗੁਰੂ ਉਹ ਵੀ ਕਰ ਸਕਦਾ। ਕਿਵੇਂ ਕਰ ਸਕਦਾ? ਨਾਮ ਔਖਦ ਗੁਰ ਦੀਆ। ਨਾਮ ਦੀ ਦਵਾਈ ਦੇ ਕੇ ਗੁਰੂ ਐਸੀ ਰਹਿਮਤ ਕਰਦਾ ਹੈ। ਮਨ ਤਨ ਬਾਛੀਏ ਜਨ ਧੂਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਮਨ ਕਰਕੇ ਔਰ ਤਨ ਕਰਕੇ ਸਾਧੂਆਂ ਦੇ ਚਰਨਾਂ ਦੀ ਧੂੜ ਨੂੰ ਮੰਗਿਆ ਕਰ। ਕਿਉਂਕਿ ਚਰਨ ਧੂੜ ਜਿਹੜੀ ਹੈ ਉਹ ਤੇਰੇ ਲਿਖੇ ਹੋਏ ਕਰਮਾਂ ਨੂੰ ਮੇਟਣ ਦਾ ਕੰਮ ਕਰਦੀ ਹੈ। ਇੰਨੀ ਤਾਕਤ ਹੈ ਕਿ ਤੇਰੇ ਕਰਮ ਸਾਧੂ ਦੇ ਚਰਨਾਂ ਦੀ ਧੂੜੀ ਨਾਲ ਮਿਟ ਜਾਂਦੇ। ਜੇ ਨਾ ਮਿਟਦੇ ਹੁੰਦੇ ਤੇ ਮਹਾਰਾਜ ਗੁਰਬਾਣੀ ਵਿੱਚ ਇਹ ਨਾ ਲਿਖਦੇ ਵੀ ਗੰਗਾ ਵਰਗੀਆਂ ਨਦੀਆਂ, ਜਮਨਾ ਵਰਗੀਆਂ ਨਦੀਆਂ, ਗੋਦਾਵਰੀ ਵਰਗੀਆਂ ਨਦੀਆਂ, ਜਿਨ੍ਹਾਂ ਨੂੰ ਲੋਕੀ ਆਖਦੇ ਨੇ ਪਵਿੱਤਰ ਹੈ, ਤੇ ਉੱਥੇ ਲੋਕ ਜਾਂਦੇ ਨੇ ਇਸ਼ਨਾਨ ਕਰਨ ਵਾਸਤੇ। ਜੇ ਸਾਧੂ ਦੀ ਧੂੜੀ, ਚਰਨਾਂ ਦੀ ਧੂੜੀ ਵਿੱਚ ਬਰਕਤ ਨਾ ਹੋਵੇ ਤੇ ਇਹ ਨਦੀਆਂ ਕਦੇ ਨਾ ਪ੍ਰਾਰਥਨਾ ਕਰਨਾ ਅਕਾਲ ਪੁਰਖ ਦੇ ਅੱਗੇ ਵੀ ਇਹ ਅਕਾਲ ਪੁਰਖ ਆਪਣੇ ਕਿਸੇ ਬਖਸ਼ੇ ਹੋਏ ਮਹਾਤਮਾ ਦੇ ਚਰਨ ਸਾਡੇ ਵਿੱਚ ਬਖਸ਼ਿਸ਼ ਕਰ। ਕਿਉਂ? ਕਿਉਂਕਿ ਉਹਨਾਂ ਦੀ ਚਰਨਾਂ ਦੀ ਧੂੜੀ ਦੇ ਨਾਲ ਵੱਡੀਆਂ ਵੱਡੀਆਂ ਜਿਹੜੀਆਂ ਨਦੀਆਂ ਨੇ ਉਹਨਾਂ ਦੇ ਪਾਪ ਉਤਰ ਜਾਂਦੇ ਨੇ। ਤੇ ਕਿੰਨੇ ਲੋਕ ਇਸ਼ਨਾਨ ਕਰਦੇ ਨੇ ਕੁੰਭ ਦੇ ਮੇਲੇ ਤੇ, ਕਿੰਨੇ ਲੋਕ ਜਾ ਕੇ ਹਰਿਦੁਆਰ ਇਸ਼ਨਾਨ ਕਰਦੇ ਨੇ। ਉਹਦੇ ਵਿੱਚ ਕਿਹੜਾ ਕਿੱਡਾ ਵੱਡਾ ਪਾਪੀ ਹੋਵੇਗਾ, ਕਿੰਨੇ ਕਿੰਨੇ ਉੱਥੇ ਪਾਪ ਲਾਏ ਹੋਣਗੇ। ਉਹਨਾਂ ਸਾਰਿਆਂ ਦੇ ਪਾਪ ਜਿਹੜੇ ਆ ਸਾਧੂ ਦੀ ਚਰਨਾਂ ਦੀ ਧੂੜ ਦੂਰ ਕਰ ਦਿੰਦੀ ਹੈ। ਤੇ ਜਿਸ ਗੁਰਸਿੱਖ ਨੂੰ ਇਹ ਦਾਤ ਮਿਲ ਜਾਵੇ ਉਹਦੇ ਪਾਪ ਕਿਉਂ ਨਹੀਂ ਦੂਰ ਹੋਣਗੇ। ਤੇ ਆਪਾਂ ਸਾਖੀ ਪੜ੍ਹਦੇ ਹਾਂ ਕਿ ਸ਼ਾਹਬਾਜ਼ ਸਿੰਘ ਤੇ ਸ਼ੁਬੇਗ ਸਿੰਘ ਦੇ ਵੀ ਕਿਵੇਂ ਭਾਈ ਸ਼ੁਬੇਗ ਸਿੰਘ ਨੇ ਚਰਨਾਂ ਦੀ ਧੂੜ ਦੇ ਨਾਲ ਆਪਣੇ ਪੁੱਤਰ ਦੇ ਕਰਮ ਹੀ ਮੇਟ ਦਿੱਤੇ, ਮਾੜਾ ਕਰਮ ਹੀ ਮੇਟ ਦਿੱਤਾ। ਐਸੀ ਦਾਤ ਮਿਲਦੀ ਹੈ। ਮਨ ਤਨ ਬਾਛੀਐ ਜਨ ਧੂਰ। ਮਨ ਕਰਕੇ ਔਰ ਤਨ ਕਰਕੇ ਸਾਧੂ ਦੇ ਚਰਨਾਂ ਦੀ ਧੂੜ ਮੰਗ, ਤੇਰੇ ਕਰਮਾਂ ਨੂੰ ਮੇਟ ਦੇਵੇਗੀ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ। ਸੰਤਨ ਕੀ ਧੂਰੇ। ਜੇ ਬਰਕਤ ਹੈ ਤੇ ਤਾਂ ਮਹਾਰਾਜ ਨੇ ਲਿਖਿਆ। ਇਹ ਗੱਲ ਵੱਖਰੀ ਹੈ ਕਿ ਅੱਜ ਲੋਕ ਕੁਝ ਸਾਧੂ ਦੀ ਨਿੰਦਿਆ ਕਰਦੇ ਜਾਂ ਕਹਿੰਦੇ ਇਹ ਭਰਮਵਾਦ ਹੈ, ਇਹ ਪਖੰਡ ਹੈ। ਉਹ ਵੱਖਰੀ ਗੱਲ ਹੈ ਕਿ ਨਿੰਦਕ ਦਾ ਕੰਮ ਹੈ ਨਿੰਦਿਆ ਕਰਨਾ।
ਪਰ ਜੇ ਬਰਕਤ ਨਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਦੇ ਵੀ ਇਹ ਗੱਲ ਨਾ ਲਿਖਦੀ ਵੀ ਗੰਗਾ ਵਰਗੀਆਂ ਨਦੀਆਂ ਸਾਧੂ ਦੇ ਚਰਨਾਂ ਦੀ ਧੂੜੀ ਨੂੰ ਚਾਹੁੰਦੀਆਂ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਧੂ ਦੇ ਚਰਨਾਂ ਦੀ ਧੂੜੀ ਇਸ ਤਰ੍ਹਾਂ ਬਖਸ਼ਿਸ਼ ਕਰਦੀ ਹੈ। ਕੋਟ ਜਨਮ ਕੈ ਲਹੈ ਪਾਤਕ, ਗੋਬਿੰਦ ਲੋਚਾ ਪੂਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਤਕ ਪਾਪ ਸਾਨੂੰ ਤੇ ਇਸ ਜਨਮ ਦੇ ਵਿੱਚ ਬਚਪਨ ਤੋਂ ਬਾਅਦ ਵਿੱਚ ਜਦੋਂ ਹੋਸ਼ ਆਇਆ, ਦੁਨੀਆਦਾਰੀ ਦਾ ਪਤਾ ਲੱਗਾ, ਤੇ ਹੋ ਸਕਦਾ ਸਾਨੂੰ ਪਤਾ ਹੋਵੇ ਵੀ ਮੈਂ ਕਿੰਨੇ ਪਾਪ ਕੀਤੇ, ਕਿੰਨੇ ਪੁੰਨ ਕੀਤੇ। ਵੈਸੇ ਜ਼ਿਆਦਾਤਰ ਬੰਦਾ ਆਪਣੇ ਪੁੰਨ ਚੇਤੇ ਰੱਖਦਾ ਵੀ ਇੰਨੇ ਮੈਂ ਪੁੰਨ ਕੀਤੇ ਸਨ, ਇੰਨੇ ਮੈਂ ਦਾਨ ਕੀਤੇ, ਇੰਨੇ ਮੈਂ ਕੰਬਲ ਦਿੱਤੇ, ਇੰਨੀ ਮੈਂ ਮਾਇਆ ਖਰਚੀ, ਇੰਨੇ ਮੈਂ ਲੰਗਰ ਲਾਏ। ਚੰਗੀਆਂ ਗੱਲਾਂ ਤੇ ਅਸੀਂ ਯਾਦ ਰੱਖਦੇ ਹਾਂ, ਜਾਂ ਸਾਲ ਬਾਅਦ ਸਾਡੇ ਵੱਡੇ ਵਡੇਰੇ ਇਹ ਕੰਮ ਕਰਦੇ ਸਨ ਤੇ ਮੈਂ ਵੀ ਇਹ ਕਰਨਾ ਹੈ। ਚੰਗੀਆਂ ਗੱਲਾਂ ਤੇ ਯਾਦ ਨੇ, ਦੁਨੀਆ ਨੂੰ ਵੀ ਦੱਸਦਾ ਵੀ ਮੈਂ ਇਹ ਕੁਝ ਕਰਦਾ ਹਾਂ, ਪਰ ਪਾਪ ਕਰਮ ਯਾਦ ਨਹੀਂ ਰਹਿੰਦਾ ਵੀ ਕੱਲ ਮੈਂ ਕੀ ਕੀਤਾ ਸੀ, ਪਰਸੋਂ ਮੈਂ ਕੀ ਕੀਤਾ ਹੈ। ਪਾਪ ਕਰਮ ਨੂੰ ਚੇਤੇ ਨਹੀਂ ਰੱਖਣਾ ਚਾਹੁੰਦਾ, ਨਾ ਹੀ ਕਿਸੇ ਨੂੰ ਦੱਸਣਾ ਚਾਹੁੰਦਾ। ਪੁੰਨ ਕਰਮ ਚੇਤੇ ਤਾਂ ਸੀ ਵੀ ਦੁਨੀਆ ਨੂੰ ਦੱਸਣਾ ਹੈ, ਦੁਨੀਆ ਨੂੰ ਪਤਾ ਲੱਗੇ ਵੀ ਮੈਂ ਐਡਾ ਵੱਡਾ ਪੁੰਨੀ ਆ, ਦਾਨੀ ਆ, ਇੰਨੇ ਚੰਗੇ ਕਰਮਾਂ ਨੂੰ ਕਰਨ ਵਾਲਾ ਹਾਂ। ਰਿਸ਼ਤੇਦਾਰਾਂ ਨੂੰ ਪਤਾ ਲੱਗੇ, ਦੋਸਤ ਮਿੱਤਰਾਂ ਨੂੰ ਪਤਾ ਲੱਗੇ, ਸਮਾਜ ਨੂੰ ਪਤਾ ਲੱਗੇ ਤਾਂ ਚੇਤੇ ਹੈ। ਹੁਣ ਪਾਪ ਥੋੜ੍ਹੀ ਦੱਸਣਾ ਕਿਸੇ ਨੂੰ ਵੀ ਮੈਂ ਐਡਾ ਵੱਡਾ ਪਾਪੀ ਵੀ ਹਾਂ, ਇੰਨੇ ਮਾੜੇ ਕਰਮ ਵੀ ਕਰਦਾ, ਮੈਂ ਇਹਦੇ ਵਿੱਚ ਇੰਨੇ ਗੁਨਾਹ ਨੇ, ਔਗਣ ਨੇ। ਮਾੜਾ ਕੰਮ ਕਿਸੇ ਨੂੰ ਦੱਸਣਾ ਨਹੀਂ ਤੇ ਫਿਰ ਚੇਤਾ ਵੀ ਨਹੀਂ ਰਹਿੰਦਾ ਹੈ। ਚੇਤੇ ਰਹਿ ਗਏ ਚੰਗੇ ਕਰਮ, ਉਹ ਵੀ ਇਸ ਜਨਮ ਦੇ ਵਿੱਚ। ਪਰ ਇਸ ਜਨਮ ਤੋਂ ਜੇ ਪਿੱਛੇ ਚਲਿਆ ਜਾਵੇ, ਕਿੰਨੇ ਚੰਗੇ ਕੀਤੇ, ਕਿੰਨੇ ਮਾੜੇ ਕੀਤੇ, ਉੱਥੇ ਚੰਗਿਆਂ ਦੀ ਵੀ ਗਿਣਤੀ ਨਹੀਂ ਹੈ। ਮਨੁੱਖਾ ਜਨਮ ਦੇ ਵਿੱਚ ਹੋਸ਼ ਸੰਭਾਲਣ ਤੋਂ ਮਗਰੋਂ ਚੰਗਿਆਂ ਦੀ ਗਿਣਤੀ ਹੈ ਕਿ ਚੰਗੇ ਕਰਮ ਮੈਂ ਆਹ ਕੀਤੇ ਨੇ, ਚਲੋ ਮਾੜਿਆਂ ਦੀ ਨਹੀਂ ਗਿਣਤੀ। ਪਰ ਜੇ ਮਨੁੱਖਾ ਜਨਮ ਤੋਂ ਪਿੱਛੇ ਚਲੇ ਜਾਈਏ, ਉੱਥੇ ਤੇ ਸਾਨੂੰ ਚੰਗਿਆਂ ਦੀ ਗਿਣਤੀ ਦਾ ਵੀ ਨਹੀਂ ਪਤਾ ਵੀ ਚੰਗੇ ਕੀਤੇ ਨੇ ਵੀ ਕਿ ਨਹੀਂ ਕੀਤੇ, ਤੇ ਮਾੜਿਆਂ ਦਾ ਕੀ ਪਤਾ ਹੋਣਾ। ਪਾਤਸ਼ਾਹ ਕਹਿਣ ਲੱਗੇ ਕੋਟ ਜਨਮ ਕੇ ਲਹਿ ਹੈ ਪਾਤਕ, ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ। ਤੇ ਕਰੋੜਾਂ ਜਨਮਾਂ ਦੇ ਪਾਪ ਜਦੋਂ ਤੋਂ ਦੁਨੀਆ ਬਣੀ ਹੈ ਨਾ, ਸ੍ਰਿਸ਼ਟੀ ਬਣੀ ਹੈ, ਪਰਮਾਤਮਾ ਨੇ ਕਿਤੇ ਸਤਿਯੁਗ ਵਿੱਚ ਬਣਾਈ ਹੈ। ਦੁਨੀਆ ਬਣਨ ਦੇ ਨਾਲ ਤੈਨੂੰ ਸਰੀਰ ਵੀ ਉਦੋਂ ਹੀ ਮਿਲਿਆ ਹੈ, ਤੇਰੀ ਆਤਮਾ ਨੂੰ ਸਰੀਰ ਉਦੋਂ ਦਾ ਮਿਲਿਆ। ਸਤਿਯੁਗ ਦੇ ਵਿੱਚ ਜਨਮਾਂ ਨੂੰ ਕੱਟਦਾ ਰਿਹਾ, ਦੁਆਪਰ ਤ੍ਰੇਤੇ ਦੇ ਵਿੱਚ ਜਨਮਾਂ ਨੂੰ ਭੋਗਦਾ ਰਿਹਾ, ਹੁਣ ਕਲਯੁਗ ਦੇ ਵਿੱਚ ਜਨਮਾਂ ਨੂੰ ਭੋਗਦਾ ਪਿਆ। ਗਿਣਤੀ ਕੋਈ ਨਹੀਂ ਹੈ ਵੀ ਕਿੰਨੇ ਕੁ ਜਨਮ ਹੋ ਗਿਆ ਤੇ ਕਿੰਨੇ ਕੁ ਵਾਰੀ ਮਰਨ ਹੋਇਆ। ਤੇ ਉਹਨਾਂ ਜਨਮਾਂ ਦੇ ਕੀਤੇ ਹੋਏ ਪਾਪ ਕਰਮ ਜਿਹੜੇ ਨੂੰ ਨਾਲ ਹੀ ਤੁਰੇ ਫਿਰਦੇ। ਤੇ ਪਾਤਸ਼ਾਹ ਕਹਿਣ ਲੱਗੇ ਕਰੋੜਾਂ ਜਨਮਾਂ ਦੇ ਪਾਤਕ ਪਾਪ ਲੈ ਜਾਂਦੇ ਨੇ, ਸਾਧੂ ਦੇ ਚਰਨਾਂ ਦੀ ਧੂੜੀ ਦੀ ਇਹੋ ਜੀ ਬਖਸ਼ਿਸ਼ ਹੈ। ਮਹਾਰਾਜ ਕਹਿਣ ਲੱਗੇ ਮੰਨੈ ਤਰੈ ਤਾਰੇ ਗੁਰ ਸਿੱਖ, ਨਾਮ ਜਪਣ ਵਾਲਾ ਤਰ ਜਾਂਦਾ, ਦੂਜਿਆਂ ਨੂੰ ਤਾਰ ਕੇ ਲੈ ਜਾਂਦਾ। ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ, ਨਾਮ ਦੀ ਬਰਕਤ ਹੀ ਇੰਨੀ ਹੈ, ਜਪਣ ਵਾਲਾ ਤੇ ਤਰਦਾ, ਉਹਦੀ ਸੰਗਤ ਵਾਲਾ ਵੀ ਤਰ ਜਾਂਦਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੋਟ ਜਨਮ ਕੇ ਲਾਹੇ ਪਾਤਕ, ਗੋਬਿੰਦ ਲੋਚਾ ਪੂਰ। ਗੋਬਿੰਦ ਪਰਮਾਤਮਾ ਇਹੋ ਜਿਹਾ ਕਰੋੜਾਂ ਜਨਮਾਂ ਦੇ ਪਾਪ ਲਾ ਕੇ ਦੂਰ ਕਰਕੇ ਤੇਰੇ ਮਨ ਦੀਆਂ ਇੱਛਾਵਾਂ ਪੂਰੀਆਂ ਕਰ ਦੇਵੇਗਾ, ਮਨ ਦੀ ਇੱਛਾ ਪੂਰੀ ਕਰ ਦਿੰਦਾ ਹੈ। ਰਹਾਉ ਆਦ ਅੰਤ ਮਦ ਆਸਾ, ਕੁਕਰੀ ਬੇਕਰਾਲ। ਸਤਿਗੁਰਾਂ ਨੇ ਆਸਾ ਨੂੰ ਕੁੱਤੀ ਲਿਖਿਆ ਹੈ। ਜਿਵੇਂ ਕੁੱਤਾ ਜਾਂ ਕੁੱਤੀ ਅਸੀਂ ਗਲੀ ਵਿੱਚ ਤੁਰੀਏ ਤੇ ਮਗਰ ਮਗਰ ਟਾਉਂ ਟਾਉਂ ਕਰਦਾ ਤੁਰਿਆ ਫਿਰਦਾ, ਪਿੱਛਾ ਨਹੀਂ ਛੱਡਦਾ। ਮਹਾਰਾਜ ਕਹਿੰਦੇ ਆਸਾ ਵੀ ਇੱਕ ਕੁੱਤਾ ਹੀ ਹੈ, ਇੱਕ ਕੁੱਤੀ ਹੈ ਜਿਹੜੀ ਤੇਰੀ ਮਗਰ ਲੱਗੀ ਹੋਈ ਹੈ। ਮਹਾਰਾਜ ਲੱਗੀ ਕਦੋਂ ਹੈ? ਪਾਤਸ਼ਾਹ ਕਹਿਣ ਲੱਗੇ ਆਦ ਅੰਤੇ ਮਦ। ਆਦ ਤੋਂ ਭਾਵ ਹੁੰਦਾ ਜਦੋਂ ਤੇਰਾ ਜਨਮ ਹੋਇਆ, ਜਦੋਂ ਦੁਨੀਆ ਤੇ ਆਇਆ ਉਦੋਂ ਦੀ ਆਸਾ ਦੀ ਕੁੱਤੀ ਮਗਰ ਲੱਗ ਗਈ। ਜਨਮ ਮਿਲਿਆ ਰੋ ਪਿਆ, ਕਾਹਦੀ ਆਸਾ ਲੱਗੀ ਹੈ? ਮਾਂ ਮੈਨੂੰ ਦੁੱਧ ਦੇਵੇ। ਆਸਾ ਨੇ ਛੱਡਿਆ ਹੀ ਨਹੀਂ, ਦੁੱਧ ਪੀਤਾ ਹੈ, ਥੋੜਾ ਜਿਹਾ ਵੱਡਾ ਹੋਇਆ, ਫਿਰ ਆਸਾ ਲੱਗੀ ਮੈਨੂੰ ਪਤਾ ਲੱਗੇ ਮੇਰਾ ਭੈਣ ਕੌਣ ਹੈ, ਭਰਾ ਕੌਣ ਹੈ, ਮਾਂ ਕੌਣ ਹੈ, ਬਾਪ ਕੌਣ ਹੈ।
ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਵ, ਚੌਥੇ ਪਿਆਰ ਉਪੰਨੀ ਖੇੜ, ਤੇ ਪੰਜਵੇਂ ਖਾਣ ਪੀਣ ਕੀ ਧਾਤ। ਇਹ ਮੇਰਾ ਮਾਂ ਹੈ, ਇਹ ਬਾਪ ਹੈ, ਸੋਝੀ ਆ ਗਈ, ਆਸਾ ਸੀ ਪੂਰੀ ਹੋ ਗਈ। ਹੁਣ ਖਿਡੌਣਿਆਂ ਦੀ ਆਸਾ ਲੱਗੀ ਹੈ, ਚੰਗੇ ਚੰਗੇ ਖੇਡਣ ਵਾਲੇ ਖਿਡੌਣੇ ਮੇਰੇ ਕੋਲ ਹੋਣ। ਥੋੜ੍ਹਾ ਜਿਹਾ ਅੱਗੇ ਵਧਿਆ, ਹੁਣ ਪਦਾਰਥਾਂ ਦੇ ਸਵਾਦ ਦਾ ਵੀ ਪਤਾ ਲੱਗ ਗਿਆ ਵੀ ਪਦਾਰਥ ਸਵਾਦ ਕਿਹੜਾ ਹੁੰਦਾ, ਮਾੜਾ ਕਿਹੜਾ ਹੁੰਦਾ, ਚੰਗਾ ਕਿਹੜਾ, ਖਾਣਾ ਛੱਡਣਾ ਕਿਹੜਾ। ਇਹ ਆਸਾ ਦੀ ਕੁੱਤੀ ਮਗਰ ਲੱਗੀ ਹੈ। ਬਚਪਨ ਤੋਂ ਹੀ ਜਨਮ ਲੈ ਲਿਆ, ਉਦੋਂ ਤੋਂ ਹੀ ਆਸਾ ਮਗਰ ਲੱਗ ਗਈ ਵੀ ਕੀ ਕਰਨਾ ਹੈ। ਬਚਪਨ ਤੋਂ ਅੱਗੇ ਨਿਕਲਿਆ, ਦੂਜਾ ਬਚਨ ਆ ਗਿਆ ਮਦ। ਮਦ ਨਾਮ ਜਵਾਨੀ ਦਾ। ਜਵਾਨੀ ਦੇ ਵਿੱਚ ਹੋਰ ਆਸਾ ਵੱਧ ਗਈ। ਕਾਹਦੀ ਆਸਾ ਵਧੀ ਹੈ? ਚੰਗਾ ਘਰ ਹੋਵੇ, ਚੰਗੀ ਨੌਕਰੀ ਹੋਵੇ, ਚੰਗਾ ਪਰਿਵਾਰ ਅੱਗੋਂ ਮਿਲ ਜਾਵੇ, ਜਾਂ ਮੈਨੂੰ ਚੰਗੇ ਸਰੀਰਾਂ ਦਾ ਭੋਗ ਭੋਗਣ ਵਾਸਤੇ ਮਿਲੇ, ਚੰਗੀ ਮਾਇਆ ਮਿਲ ਜਾਵੇ। ਇਹ ਜਵਾਨੀ ਦੇ ਵਿੱਚ ਆਸਾ ਦੀ ਕੁੱਤੀ ਮਗਰ ਲੱਗੀ ਫਿਰਦੀ ਹੈ। ਜਵਾਨੀ ਵਿੱਚ ਵੀ ਆਸ ਪੂਰੀ ਨਹੀਂ ਹੋਈ ਹੈ। ਇੱਕ ਆਸ ਹੁੰਦੀ ਹੈ, ਦੂਜੀ ਮਗਰ ਉੱਠ ਕੇ ਦੌੜਦਾ, ਦੂਜੀ ਤੋਂ ਤੀਜੀ ਦੇ ਮਗਰ ਦੌੜਦਾ। ਤੇ ਪਾਤਸ਼ਾਹ ਕਹਿਣ ਲੱਗੇ, ਅੱਗੇ ਆ ਗਿਆ ਬਚਨ ਅੰਤੇ। ਅੰਤੇ ਨਾਮ ਬੁਢੇਪੇ ਦਾ। ਜਦੋਂ ਬੁੱਢਾ ਹੋ ਗਿਆ ਨਾ, ਆਸਾ ਨੇ ਫਿਰ ਵੀ ਨਹੀਂ ਛੱਡਿਆ। ਭਾਵੇਂ ਕਿ ਹੁਣ ਪਤਾ ਲੱਗ ਗਿਆ ਵੀ ਮਰ ਜਾਣਾ, ਦੁਨੀਆ ਛੱਡ ਜਾਣੀ ਹੈ, ਜੋ ਮੈਂ ਖੱਟਿਆ ਕਮਾਇਆ ਨਾਲ ਨਹੀਂ ਜਾਣਾ, ਪਰ ਆਸਾ ਨੇ ਫਿਰ ਵੀ ਨਹੀਂ ਛੱਡਿਆ। ਹਾਲੇ ਵੀ ਸੋਚਦਾ ਪਿਆ ਹੈ ਫਲਾਣੀ ਥਾਂ ਤੇ ਮਿਲਣੀ ਹੋਣੀ ਹੈ, ਜੇ ਕੜਾ ਪੈ ਜਾਵੇ ਤੇ ਚੰਗੀ ਗੱਲ ਹੈ। ਮੈਂ ਵੱਡਾ ਹਾਂ, ਮੈਂ ਬਜ਼ੁਰਗ ਹਾਂ, ਮੈਂ ਦਾਦਾ ਲੱਗਦਾ, ਮੈਂ ਪੜਦਾਦਾ ਲੱਗਦਾ। ਆਸਾ ਤੇ ਮਨ ਵਿੱਚ ਹੈ, ਪਤਾ ਵੀ ਇਹ ਨਾਲ ਨਹੀਂ ਜਾਣੀ, ਫਿਰ ਵੀ ਆਸ ਰੱਖੀ ਬੈਠਾ ਵੀ ਮਿਲ ਜਾਵੇ ਤੇ ਠੀਕ ਹੈ। ਮਹਾਰਾਜ ਕਹਿਣ ਲੱਗੇ ਆਦ ਅੰਤੇ ਮਦ ਆਸਾ। ਬਚਪਨ ਤੋਂ ਲੈ ਕੇ ਜਵਾਨੀ ਤੇ ਜਵਾਨੀ ਤੋਂ ਲੈ ਕੇ ਬੁਢੇਪਾ, ਆਸਾ ਦੇ ਕੁੱਤੇ ਨੇ ਪਿੱਛਾ ਛੱਡਿਆ ਹੀ ਨਹੀਂ। ਆਸ ਮੁੱਕੀ ਨਹੀਂ ਹੈ, ਇਹ ਵੀ ਕਰ ਲਵਾਂ, ਇਹ ਵੀ ਬਣਾ ਲਵਾਂ। ਤੇ ਪਾਤਸ਼ਾਹ ਕਹਿਣ ਲੱਗੇ ਕੂਕਰੀ ਬਿਕਰਾਲ। ਬਿਕਰਾਲ ਨਾਮ ਭਿਆਨਕ ਦਾ। ਇਹ ਮਾਇਆ ਦੀ ਕੁੱਤੀ ਇਹੋ ਜਿਹੀ ਭਿਆਨਕ ਹੈ, ਖਹਿੜਾ ਛਡਾਉਣਾ ਬੜਾ ਔਖਾ ਹੈ। ਇਹ ਆਸਾ ਦੀ ਕੁੱਤੀ ਜਾਂ ਕੁੱਤਾ ਕਹਿ ਲਈਏ, ਏਡਾ ਭਿਆਨਕ ਹੈ ਵੀ ਇਹਦੇ ਕੋਲੋਂ ਬਚਣਾ ਬੜਾ ਔਖਾ ਹੈ। ਬਚਪਨ ਵੀ ਇਸ ਨੇ ਆਸਾ ਨਹੀਂ ਖਾ ਲਿਆ, ਜਵਾਨੀ ਵੀ ਆਸਾ ਨੇ ਖਾ ਲਈ ਹੈ, ਬੁਢੇਪਾ ਵੀ ਆਸਾ ਨਹੀਂ ਖਾ ਲਿਆ, ਜਾਂ ਖਾ ਲੈਣਾ ਹੈ, ਛੱਡਿਆ ਨਹੀਂ। ਐਸੀ ਹਾਲਤ ਬਣੀ ਹੈ। ਗੁਰ ਗਿਆਨ ਕੀਰਤਨ ਗੋਬਿੰਦ ਰਮਨ, ਕਾਟਿਏ ਜਮਜਾਲ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੋਬਿੰਦ ਕੀਰਤਨ ਰਮਨੰਗ। ਜਦੋਂ ਗੋਬਿੰਦ ਦੇ ਕੀਰਤਨ ਨੂੰ ਕਰੇਗਾ ਤੇ ਕੀਰਤਨ ਨੂੰ ਸਮਝਣਾ ਹੋਵੇ, ਸਿੱਧਾ ਜਿਹਾ ਸਮਝਣ ਵਾਸਤੇ ਮੋਟਾ ਜਿਹਾ ਸ਼ਬਦ ਹੈ। ਕੀਰਤਨ ਤੋਂ ਭਾਵ ਹੁੰਦਾ ਕੀਰਤੀ, ਵਡਿਆਈ, ਸਿਫਤ, ਜਸ। ਪਰਮਾਤਮਾ ਦਾ ਜਸ ਕਰ, ਪਰਮਾਤਮਾ ਦੀ ਕੀਰਤੀ ਕਰ, ਪਰਮਾਤਮਾ ਦੀ ਸਿਫਤ ਕਰ, ਫਿਰ ਤੈਨੂੰ ਗੁਰੂ ਪ੍ਰੋਖ ਗਿਆਨ ਦੀ ਦਾਤ ਬਖਸ਼ਿਸ਼ ਕਰਨਗੇ। ਗੁਰੂ ਗਿਆਨ ਤੈਨੂੰ ਪ੍ਰਾਪਤ ਹੋਵੇਗਾ। ਤੇ ਪਾਤਸ਼ਾਹ ਕਹਿਣ ਲੱਗੇ ਕਾਟੀਐ ਜਮ ਜਾਲ। ਜਮਾਂ ਦਾ ਜਾਲ ਇਸ ਤਰ੍ਹਾਂ ਕੱਟਿਆ ਜਾ ਸਕਦਾ। ਕਿਵੇਂ ਕੱਟਿਆ ਜਾ ਸਕਦਾ? ਪਰਮਾਤਮਾ ਦੀ ਉਸਤਤ ਕਰਕੇ। ਆਸਾ ਦੀ ਕੁੱਤੀ ਦੇ ਉੱਪਰ ਸੋਟਾ ਤਾਂ ਮਾਰਿਆ ਜਾ ਸਕਦਾ ਪਰਮੇਸ਼ਰ ਦਾ ਨਾਮ ਜਪ ਕੇ। ਇੱਕ ਨਾਮ ਹੀ ਇਹੋ ਜਿਹਾ ਜਿਹੜਾ ਆਸਾ ਨੂੰ ਖਤਮ ਕਰ ਸਕਦਾ। ਸੁਣਿਆ ਸਤ ਸੰਤੋਖ ਗਿਆਨ, ਇਹ ਨਾਮ ਦੀ ਦਾਤ ਹੈ। ਜਿਨ੍ਹਾਂ ਨੇ ਜਪੀ ਹੈ ਉਹ ਸੰਤੋਖੀ ਹੋ ਜਾਂਦੇ। ਜਿਹੜੇ ਸੰਤੋਖੀ ਹੋ ਗਏ ਉਹਨਾਂ ਦੀ ਆਸਾ ਦੂਰ ਹੋ ਗਈ। ਆਸਾ ਦੇ ਕੁੱਤੇ ਨੂੰ ਪਰੇ ਕਰ ਦਿੰਦੇ ਹਨ। ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਨ ਗਵਨ। ਇਸ ਮਨੁੱਖ ਨੂੰ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਪੰਜ ਵਿਕਾਰ ਨੇ। ਤੇ ਪੰਜੇ ਵਿਕਾਰ ਇੱਕ ਦੂਜੇ ਤੋਂ ਭਿਆਨਕ ਨੇ। ਮਤਾਂ ਕੋਈ ਇਹ ਗੱਲ ਕਵੇ ਵੀ ਫਲਾਣਾ ਵਿਕਾਰ ਤੇ ਵੱਡਾ ਤੇ ਫਲਾਣਾ ਛੋਟਾ, ਨਹੀਂ, ਪੰਜੇ ਹੀ ਇੱਕ ਦੂਜੇ ਤੋਂ ਵੱਡੇ ਨੇ। ਜਿਹਨੂੰ ਗਰਸ ਲੈਂਦੇ ਉਹਨੂੰ ਖਾ ਜਾਂਦੇ। ਮੂਠੇ ਤੋਂ ਭਾਵ ਲੁੱਟਿਆ ਹੋਇਆ ਪੰਜਾਂ ਵਿਕਾਰਾਂ ਨੇ ਸਾਰੀ ਦੁਨੀਆ ਨੂੰ। ਕਿਸੇ ਨੂੰ ਕੋਈ ਵਿਕਾਰ ਲੁੱਟਦਾ ਪਿਆ, ਕਿਸੇ ਨੂੰ ਕੋਈ ਲੁੱਟਦਾ ਪਿਆ। ਤੇ ਸਦਾ ਆਵਾਗਮਨ, ਤਾਂ ਹੀ ਬੰਦੇ ਨੂੰ ਆਉਣ ਜਾਣ ਦਾ ਚੱਕਰ ਬਣਿਆ। ਆਵਾ ਤੋਂ ਭਾਵ ਜਨਮ ਲੈ ਕੇ ਆਉਣਾ, ਤੇ ਗਮਨ ਤੋਂ ਭਾਵ ਹੈ ਮਰ ਕੇ ਚਲੇ ਜਾਣਾ।
ਇਹਨਾਂ ਪੰਜਾਂ ਵਕਾਰਾਂ ਨੇ ਦੁਨੀਆ ਨੂੰ ਜੰਮਣ ਤੇ ਮਰਨ ਦੇ ਚੱਕਰ ਵਿੱਚ ਪਾਇਆ ਹੋਇਆ। ਕੋਈ ਜਨਮ ਲੈ ਕੇ ਤੁਰਿਆ ਆਉਂਦਾ, ਕੋਈ ਮਰ ਕੇ ਤੁਰਿਆ ਜਾਂਦਾ। ਇਹ ਵਕਾਰ ਇਹੋ ਜਿਹੇ ਨੇ ਜਿਹੜੇ ਜਨਮਾਂ ਵਿੱਚ ਪਾਉਂਦੇ ਹਨ। ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟਤ ਜੋਨੀ ਭਵਨ। ਸਤਿਗੁਰਾਂ ਦੇ ਕੋਲੋਂ ਪੁੱਛਿਆ ਮਹਾਰਾਜ ਕੀ ਕਰੀਏ, ਤੇ ਪਾਤਸ਼ਾਹ ਕਹਿਣ ਲੱਗੇ ਪ੍ਰਭ ਪ੍ਰੇਮ ਭਗਤ, ਪਰਮਾਤਮਾ ਦੀ ਪ੍ਰੇਮਾ ਭਗਤੀ ਕਰੇਗਾ ਤੇ ਫਿਰ ਉਸ ਵੇਲੇ ਤੇਰੇ ਤੇ ਇਹ ਦਾਤ ਪ੍ਰਾਪਤ ਹੋਵੇਗੀ। ਮਿਟਤ ਜੋਨੀ ਭਵਨ, ਇਹ ਜੂਨਾਂ ਵਿੱਚ ਭਵਨਾ, ਜਨਮਾਂ ਵਿੱਚ ਚੱਕਰ ਲਾਉਣੇ, ਜਨਮਾਂ ਵਿੱਚ ਆਉਣਾ ਤੇਰੇ ਮਿਟ ਜਾਣਗੇ। ਮਿਟਣਗੇ ਉਦੋਂ ਜਦੋਂ ਪਰਮਾਤਮਾ ਦੇ ਨਾਮ ਨੂੰ ਜਪੇਗਾ, ਪ੍ਰੇਮਾ ਭਗਤੀ ਕਰੇਗਾ। ਗੁਰਮੁਖੋ 9 ਤਰ੍ਹਾਂ ਦੀ ਭਗਤੀ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖੀ ਹੈ ਵੀ 9 ਵੱਖ-ਵੱਖ ਤਰੀਕੇ ਨੇ ਭਗਤੀ ਕਰਨ ਦੇ। ਉਹਨਾਂ 9 ਭਗਤੀਆਂ ਵਿੱਚੋਂ ਜੇ ਇੱਕ ਵੀ ਭਗਤੀ ਕਰ ਲਈ ਤੇ ਮੁਕਤ ਹੋ ਜਾਏਗਾ। ਉਹਨਾਂ ਭਗਤੀਆਂ ਵਿੱਚੋਂ ਇੱਕ ਹੈ ਸ਼ਰਵਣ ਭਗਤੀ, ਕੰਨਾਂ ਦੇ ਨਾਲ ਪਰਮਾਤਮਾ ਦੀ ਸਿਫਤ ਸੁਣਨੀ। ਜਿਹੜਾ ਅਸੀਂ ਰੂਟੀਨ ਦੇ ਨਾਲ, ਨੇਮ ਦੇ ਨਾਲ, ਭਾਵਨਾ ਨਾਲ ਬੈਠ ਕੇ ਆ ਕੇ ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ, ਪਾਠ ਸੁਣਦੇ ਹਾਂ, ਇਹ ਵੀ ਇੱਕ ਭਗਤੀ ਹੈ। ਜੇ ਤੇਰੀ ਭਾਵਨਾ ਬਣੀ ਰਹੀ ਤੇ ਇਹ ਭਗਤੀ ਤੈਨੂੰ ਮੁਕਤ ਕਰ ਦੇਵੇ। 9 ਭਗਤੀਆਂ ਦੇ ਵੱਖੋ ਵੱਖਰੇ ਅੰਗ ਨੇ, ਸਮਾਂ ਸੀਮਤ ਹੈ, ਪਰ ਜਿਹੜੇ ਕਰਦੇ ਨੇ ਉਹ ਪ੍ਰਾਪਤ ਹੋ ਜਾਂਦੇ। ਪਾਤਸ਼ਾਹ ਕਹਿੰਦੇ ਜੂਨਾਂ ਦਾ ਆਉਣਾ ਜਾਣਾ ਮੁੱਕ ਜਾਏਗਾ। ਮਿੱਤਰ ਪੁੱਤਰ ਕਲੱਤਰ ਸੁਰਿਦ ਤੀਨ ਤਾਪ ਜਲੰਤ। ਜਿਨ੍ਹਾਂ ਦੀ ਸੰਗਤ ਵਿੱਚ ਤੂੰ ਰਹਿੰਦਾ ਹੈ, ਕਿਉਂਕਿ ਜਿਹਦੀ ਸੰਗਤ ਵਿੱਚ ਰਹੀਏ ਨਾ ਉਹੋ ਜਿਹਾ ਰੰਗ ਚੜ ਜਾਂਦਾ ਹੈ। ਚੋਰ ਦੇ ਨਾਲ ਰਵੇਂਗਾ ਤੇ ਚੋਰੀ ਕਰਨ ਦਾ ਕੋਈ ਨਾ ਕੋਈ ਗੁਣ ਤੇ ਆ ਹੀ ਜਾਏਗਾ। ਡਾਕੂ ਨਾਲ ਰਵੇਂਗਾ ਤੇ ਕੁਝ ਨਾ ਕੋਈ ਤੇ ਬਣੇਗਾ ਨਾ, ਡਾਕੂ ਦਾ ਚੇਲਾ ਤੇ ਬਣ ਹੀ ਜਾਏਗਾ ਨਾ। ਤੇ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਦੀ ਸੰਗਤ ਵਿੱਚ ਰਹੀਏ ਰੰਗ ਚੜਦਾ ਹੈ। ਤੇਰਾ ਪੁੱਤਰ ਜਿਹਨੂੰ ਤੂੰ ਜਨਮ ਦਿੱਤਾ ਹੈ, ਤੇ ਇਸੇ ਤਰ੍ਹਾਂ ਮਿੱਤਰ ਜਿਹੜੇ ਤੇਰੇ ਨਾਲ ਜੰਮੇ ਪਲੇ ਖੇਡੇ, ਜਿਨ੍ਹਾਂ ਨਾਲ ਬਚਪਨ ਮਾਣਿਆ ਹੈ। ਤੇ ਤੀਜਾ ਬਚਨ ਆ ਗਿਆ ਕਲੱਤਰ। ਕਲੱਤਰ ਨਾਮ ਇਸਤਰੀ ਦਾ, ਇਸਤਰੀ ਤੋਂ ਬਣਿਆ ਹੋਇਆ ਜਾਂ ਪਰਿਵਾਰ ਆਪਾਂ ਕਹਿ ਲਈਏ। ਤੇ ਸੁਹਿਰਦ ਜਿਹੜੇ ਪਿਆਰੇ ਮਿੱਤਰ ਨੇ। ਮਿੱਤਰ ਹੁੰਦੇ 2 ਤਰ੍ਹਾਂ ਦੇ, ਇੱਕ ਹੁੰਦਾ ਆਮ ਮਿੱਤਰ ਜਿਹਦੇ ਨਾਲ ਆਪਣੀ ਆਮ ਹੀ ਥੋੜ੍ਹੀ ਬਹੁਤੀ ਸਤਿ ਸ੍ਰੀ ਅਕਾਲ, ਇੱਕ ਹੁੰਦਾ ਬੜਾ ਪਿਆਰਾ ਮਿੱਤਰ ਜਿਹਦੇ ਨਾਲ ਦਿਲ ਦੀ ਗੱਲ ਸਾਂਝੀ ਕੀਤੀ ਜਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਰੇ ਦੇ ਸਾਰੇ ਤਿੰਨਾਂ ਤਾਪਾਂ ਦੇ ਵਿੱਚ ਸੜਦੇ ਪਏ ਨੇ। ਆਦੀ ਵਿਆਦੀ ਤੇ ਉਪਾਦੀ 3 ਤਾਪ ਨੇ। ਤੇਰੇ ਪੁੱਤਰ ਨੂੰ ਵੀ ਲੱਗੇ ਨੇ, ਮਿੱਤਰਾਂ ਨੂੰ ਵੀ ਲੱਗੇ ਨੇ, ਘਰਵਾਲੀ ਤੇ ਪਰਿਵਾਰ ਨੂੰ ਵੀ ਲੱਗੇ ਹੋਏ ਨੇ। ਜਦੋਂ ਇਹਨਾਂ ਤਿੰਨਾਂ ਤਾਪਾਂ ਕਰਕੇ ਦੁਨੀਆ ਸੜਦੀ ਪਈ ਤੇ ਤੂੰ ਵੀ ਤੇ ਉਹਨਾਂ ਦੇ ਵਿੱਚ ਹੀ ਰਹਿੰਦਾ ਹੈ ਨਾ, ਤੇ ਫਿਰ ਤੈਨੂੰ ਵੀ ਤੇ ਉਹ ਤਿੰਨਾਂ ਤਾਪਾਂ ਦਾ ਥੋੜ੍ਹਾ ਬਹੁਤਾ ਰੰਗ ਤੇ ਲੱਗੇਗਾ। ਤੇਰੇ ਉੱਪਰ ਵੀ ਤੇ ਪ੍ਰਭਾਵ ਪਾਉਣਗੇ, ਕਿਉਂਕਿ ਜਿਹੜੇ ਸਮਾਜ ਵਿੱਚ ਤੂੰ ਰਹਿੰਦਾ, ਜਿਹੜੇ ਪਰਿਵਾਰ ਵਿੱਚ ਤੂੰ ਰਹਿੰਦਾ, ਉਹ ਤੇ ਸਾਰੇ 3 ਤਾਪ ਕਰਕੇ ਸੜੇ ਹੋਏ ਨੇ। ਤੇ ਉਹਨਾਂ ਦੇ ਨਾਲ ਰਹਿਣ ਕਰਕੇ ਤੈਨੂੰ ਵੀ ਇਹ ਬਿਮਾਰੀ ਲੱਗੀ ਹੋਈ ਹੈ। ਤਾਂ ਹੀ ਜਿਹੜੇ ਸਾਧੂ ਮਹਾਤਮਾ ਬਿਰਖਤ ਰਹਿੰਦੇ, ਨਿਰਲੇਪ ਰਹਿੰਦੇ, ਵੱਖਰੇ ਰਹਿੰਦੇ, ਸਿਮਰਨ ਵਿੱਚ ਜੁੜੇ ਰਹਿੰਦੇ ਹਨ। ਜਪ ਰਾਮ ਰਾਮਾ ਦੁਖ ਨਿਵਾਰੇ ਮਿਲੈ ਹਰ ਜਨ ਸੰਤ। ਜਿਹੜਾ ਰਾਮ ਰਮਿਆ ਹੋਇਆ ਹੈ ਨਾ, ਰਾਮ ਇੱਥੇ ਬੰਦੇ ਦਾ ਨਾਮ ਨਹੀਂ ਹੈ। ਦੁਨੀਆ ਤੇ ਰਾਮ ਨਾਂ ਲਿਖਵਾ ਕੇ ਤੁਰੀ ਫਿਰਦੀ ਹੈ। ਮੇਰੀ ਪੂਜਾ ਹੋਵੇ, ਮੈਂ ਰਾਮ ਵੀ ਹਾਂ, ਮੈਂ ਰਹੀਮ ਵੀ ਹਾਂ, ਮੈਂ ਫਲਾਣਾ ਵੀ ਹਾਂ, ਮੈਂ ਆਪਣੇ ਨਾਮ ਦੇ ਅੱਗੇ 5-7 ਨਾਮ ਲਿਖਵਾਏ ਨੇ। ਇੱਥੇ ਉਹਨਾਂ ਰਾਮਾਂ ਦੀ ਜਾਂ ਰਹੀਮਾਂ ਦੀ ਗੱਲ ਨਹੀਂ ਹੈ, ਇੱਥੇ ਉਸ ਰਾਮ ਦੀ ਗੱਲ ਹੈ ਜਿਹੜਾ ਸਾਰੇ ਥਾਵਾਂ ਤੇ ਰਮਿਆ ਹੋਇਆ, ਸਮਾਇਆ ਹੋਇਆ ਹੈ। ਪਾਤਸ਼ਾਹ ਕਹਿਣ ਲੱਗੇ ਉਹਦੇ ਨਾਮ ਨੂੰ ਜਪੇਗਾ ਦੁੱਖ ਦੂਰ ਹੋ ਜਾਣਗੇ, ਪਰ ਉਹਦੇ ਨਾਮ ਨੂੰ ਕਿਸੇ ਸਾਧੂ ਨੇ ਜਪਾਉਣਾ ਜਿਹਨੇ ਆਪ ਜਪਿਆ ਹੋਇਆ ਹੈ। ਸਰਬ ਬਿਦ ਭਰਮ ਤੇ ਪੁਕਾਰੇ